गुरु जी। मैं अपने तो ਪਹਿਲਾਂ ਸ਼ੁਰੂ ਕਰ ਲੈਨੇ। ਮਹਾਰਾਜ ਕਿਰਪਾ ਕਰਨ। ਖਾਲਸਾ ਜੀ ਦਾਸ ਦੀ ਇੱਕ ਹੀ ਬੇਨਤੀ ਆ। ਕਥਾ ਸੁਣੀ ਦੀਆਂ ਉਹਦੇ ਵਿੱਚ ਬਹੁਤ ਅਭਿਆਸ ਹੁੰਦੇ ਤੇ ਮਨ ਇੰਨਾ ਸ਼ੈਤਾਨ ਆ, ਇੱਕ ਅਭਿਆਸ ਪੂਰਾ ਨਹੀਂ ਕਰਦਾ, ਦੂਜਾ ਨਾਲ ਹੀ ਸ਼ੁਰੂ ਕਰ ਲੈਂਦਾ। ਫਿਰ ਹੋਰ ਕਥਾ ਆ ਜਾਂਦੀ, ਉਹਦੇ ਵਿੱਚ ਹੋਰ ਅਭਿਆਸ ਆ ਜਾਂਦਾ। ਫਿਰ ਕਹਿੰਦਾ ਅੱਛਾ ਹੁਣ ਆਹ ਕਰਦੇ ਆ ਕਿ ਖਾਲਸਾ ਜੀ ਨੇ ਆਹ ਦੱਸਿਆ। ਇੱਕ ਦਾਸ ਦੀ ਆਪ ਜੀ ਦੇ ਚਰਨਾਂ 'ਚ ਬੇਨਤੀ ਆ, ਕੋਈ ਅਭਿਆਸ ਦੱਸੋ ਕਿ ਜਿਹੜੇ ਜਿਹੜੇ ਅਸੀਂ ਮਹਾਰਾਜ ਦੀ ਕਿਰਪਾ ਸਦਕਾ ਕਮਾ ਸਕੀਏ, ਤਾਂ ਕਿ ਫਿਰ ਆਪ ਉਹ ਅਭਿਆਸਾਂ ਤੋਂ ਫਿਰ ਸਾਨੂੰ ਤੇ ਅਗਲੇ, ਜਿੱਦਾਂ ਅਸੀਂ ਤਾਂ ਹਜੇ ਕੱਚੀ ਕਲਾਸ ਦੇ ਹਾਂ, ਦਾਸ ਬਿਲਕੁਲ ਮੂਰਖ ਮੁੱਗਦਾ, ਕੁਛ ਨਹੀਂ ਪਤਾ। ਪਹਿਲਾਂ ਅਭਿਆਸ ਤੋਂ ਤਾਂ ਕਿ ਇਸ ਤੋਂ ਫਿਰ ਅੱਗੇ ਆਪ ਜੀ ਜਦੋਂ ਮਹਾਰਾਜ ਕਿਰਪਾ ਕਰਨ, ਆਪ ਜੀ ਦੇ ਆਸ਼ੀਰਵਾਦ ਸਦਕਾ ਉਹਨਾਂ ਨੂੰ ਕਮਾ ਕੇ ਫਿਰ ਤੋਂ ਅੱਗੇ ਚਲੀਏ। ਕੋਈ ਇੱਦਾਂ ਦੇ ਅਭਿਆਸ ਦੱਸੋ ਕਿ ਜਿਹੜੇ ਹੁਣ ਅਸੀਂ ਕਮਾ ਸਕੀਏ ਤੇ ਉਹਨਾਂ ਦੇ ਨਾਲ ਹੀ ਜੁੜ ਕੇ ਰਹੀਏ, ਤੇ ਜੋ ਅੱਗੇ ਨਵੇਂ ਆਉਂਦੇ ਵੀ ਆ, ਪਹਿਲਾਂ ਇਹ ਮਨ ਵਿੱਚ ਇਹ ਹੋਵੇ ਕਿ ਖਾਲਸਾ ਜੀ ਦਾ ਹੁਕਮ ਆ ਕਿ ਆਹ ਅਭਿਆਸ ਕਮਾਉਣੇ ਆ, ਫਿਰ ਆਪਾਂ ਅੱਗੇ ਚੱਲਾਂਗੇ। ਸਭ ਤੋਂ ਪਹਿਲੇ ਤੇ ਅਭਿਆਸਾਂ ਦੀ ਦੁਨੀਆ ਦੇ ਵਿੱਚ ਨਾ ਦੋ ਤਿੰਨ ਅਭਿਆਸ ਹੁੰਦੇ ਜਿਹੜੇ ਇੱਕੋ ਸਮੇਂ ਤੇ ਕਰਨੇ ਹੁੰਦੇ। ਜਿਵੇਂ ਕਿ ਕਿਸੇ ਔਗਣ ਤੇ ਅਭਿਆਸ ਲੈ ਲਈਦਾ। ਵੈਸੇ ਤੇ ਸਾਨੂੰ ਜੇ ਇਦਾਂ ਪੁੱਛੋਗੇ ਤੇ ਸਾਡੇ ਤੇ ਬੜੀ ਖੂਬਸੂਰਤੀ ਜੀ ਦੇ ਹੈ ਕਿ ਸਭਨਾ ਚ ਉਹਨੂੰ ਜਾਣਨਾ ਤੇ ਉਹਦੇ ਨਾਲ ਵਿਵਹਾਰ ਕਰਨਾ, ਬਸ ਸਤ ਆਪਣਾ ਜੀਵਨ ਉਹਦੇ ਨਾਲ ਜੀਣਾ ਸ਼ੁਰੂ ਕਰਨਾ, ਬਸ ਉਹਦੇ ਵਾਸਤੇ ਸਤ ਜੀਣਾ। ਮਾਂ ਚ ਉਹਨੂੰ ਦੇਖਣਾ ਤੇ ਉਹਦੇ ਚ ਫਿਰ ਨਾਲ ਇਹ ਵੀ ਅਭਿਆਸ ਜਿਹੜਾ ਹੈ ਉਹ ਕਰਨਾ ਪਏਗਾ ਕਿ ਖੇਡ ਦਾ ਵੀ ਧਿਆਨ ਰੱਖਣਾ। ਜਿੱਥੇ ਉਹ ਮਾਂ ਬਣ ਕੇ ਬੈਠਾ ਹੈ, ਉੱਥੇ ਉਹ ਮਾਂ ਬਣ ਕੇ ਬੈਠਾ ਹੈ ਤੇ ਉਹ ਆਪਣੀ ਖੇਡ ਚ ਬਹੁਤ ਮਾਹਰ ਹੈ। ਜਿੱਥੇ ਕਿਤੇ ਉਹ ਕਹਿ ਲਓ ਕਿ ਬੁਰਾ ਬਣ ਕੇ ਬੈਠਾ ਹੈ ਜਾਂ ਜਿੱਦਾਂ ਦਾ ਵੀ ਉਹ ਹੈ, ਉੱਥੇ ਉਹ ਆਪਣੀ ਖੇਡ 'ਚ ਬਹੁਤ ਮਾਹਰ ਹੈ। ਇਹ ਵੀ ਧਿਆਨ ਰੱਖਣਾ, ਕਿਉਂਕਿ ਕਈ ਵਾਰ ਅਸੀਂ ਸ਼ੁਰੂ 'ਚ ਸਾਨੂੰ ਇਹ ਮੁਸ਼ਕਲ ਆਈ ਸੀ ਕਿ ਜਦੋਂ ਸਭ ਗੋਬਿੰਦ ਹੈ ਦਾ ਅਭਿਆਸ ਸਤਿਗੁਰੂ ਨੇ ਸ਼ੁਰੂ ਕਰਵਾਇਆ ਸੀ ਤੇ ਅਸੀਂ ਸਭਨਾਂ ਨੂੰ ਸਾਹਿਬ ਜੀ ਕਹਿਣਾ, ਬਸ ਜਿਹੜਾ ਆਉਣਾ ਉਹਨੂੰ ਸਾਹਿਬ ਜੀ ਕੀ ਹਾਲ ਚਾਲ ਨੇ, ਸਾਹਿਬ ਜੀ ਕਿੱਦਾਂ, ਉਹ ਬਸ ਪਿਆਰੇ ਨਾਲ ਇੱਕ ਸਾਂਝ ਪਾ। ਉਹਦੇ 'ਚ ਦਿੱਕਤ ਇਹ ਆਈ ਕਿ ਜਿਹੜੇ ਵੀ ਉਹ ਜੀਆਂ ਦੇ ਰੰਗ 'ਚ ਆਉਂਦਾ ਸੀ, ਉਹ ਖੇਡ ਦੇ ਵਿੱਚ ਉਹ ਜੀ ਵੀ ਤੇ ਕੁਝ ਸੀ ਨਾ, ਖੇਡ ਤੇ ਮਾਇਆ ਦੀ ਇਦਾਂ ਹੀ ਚੱਲਦੀ। ਉਹੀ ਜਿਹਨੂੰ ਕਹਿਣਾ ਉਹਨਾਂ ਨੇ ਸਾਡੇ ਤੋਂ ਦੌੜਨਾ ਸ਼ੁਰੂ ਹੋ ਜਾਣਾ ਵੀ ਯਾਰ ਇਹ ਐਵੇਂ, ਜਾਂ ਉਹਨਾਂ ਲੜਨ ਲੱਗ ਪੈਣਾ ਕਿ ਸਾਨੂੰ ਨਾ ਕਿਆ ਕਰੋ। ਫਿਰ ਉਹ ਅਸੀਂ ਵੇਖਿਆ ਕਿ ਹੌਲੀ ਹੌਲੀ ਕਾਫੀ ਗੁਰਸਿੱਖ ਜਿਹੜੇ ਆਸੇ ਪਾਸੇ ਜਿਨ੍ਹਾਂ ਨੇ ਉਹ ਵਿਵਹਾਰ ਸਾਡਾ ਵੇਖਿਆ ਹੀ ਜਾਂ ਜਿਨ੍ਹਾਂ ਨਾਲ ਉਹ ਵੀ ਸ਼ੁਰੂ ਹੋ ਗਏ ਕਾਪੀ ਕਰਨਾ। ਫਿਰ ਅਸੀਂ ਸਤਿਗੁਰੂ ਨੂੰ ਪੁੱਛਿਆ ਕਿ ਕਿੱਦਾਂ ਕਰੀਏ, ਤੇ ਸਤਿਗੁਰੂ ਕਹਿੰਦੇ ਵੀ ਇਹ ਹਿਰਦੇ ਦੀ ਬਾਤ ਹੈ, ਇਹ ਹਿਰਦੇ 'ਚ ਰੱਖਣੀ ਹੈ, ਬਾਹਰੋਂ ਤੇ ਖੇਡ ਖੇਡਣੀ ਹੈ ਜਿਹੜੀ ਉਹ ਰਚ ਕੇ ਬੈਠਾ। ਇਹ ਕਰਕੇ ਇਹ ਜਿਹੜੀ ਖੇਡ, ਇਹ ਅਭਿਆਸ ਜਦੋਂ ਕਮਾਓਗੇ, ਇਹਦੀ ਖੇਡ ਦਾ ਵੀ ਇਦਾਂ ਹੀ ਧਿਆਨ ਰੱਖ ਕੇ ਅੰਦਰੋਂ ਇਦਾਂ ਵਿਵਹਾਰ ਕਰਨਾ ਹੈ ਕਿ ਬਸ ਉਹਦੇ ਨਾਲ ਹੈ। ਜਿਵੇਂ ਹੀ ਆਪ ਜੀ ਨੂੰ ਇੱਕ ਕਥਾ 'ਚ ਵੀ ਦੱਸਦੇ ਹੁੰਨੇ ਕਿ ਉਹ ਜਦੋਂ ਇੱਥੇ ਅਮਰੀਕਾ ਆਏ ਤੇ ਸੋਚਿਆ ਪਰਿਵਾਰ ਦੀ, ਮਾਤਾ ਪਿਤਾ ਦੀ ਥੋੜੀ ਸੇਵਾ ਕਰੀਏ ਤੇ ਕਿਰਤ ਖੋਜੀ, ਤੇ ਉਹ ਕਿਰਤ ਵਾਲੇ ਜਿਵੇਂ ਪੈਸੇ ਨਹੀਂ ਹੀ ਦਿੰਦੇ ਹਨ, ਜਿਵੇਂ ਸੁਭਾਅ ਹੁੰਦਾ ਆਪਣਿਆਂ ਦਾ। ਅਸੀਂ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਕਹਿਣਾ ਵੀ ਸਾਡੀ ਇੰਨੀ ਸੇਵਾ ਪ੍ਰਵਾਨ ਕਰਿਓ, ਤੇ ਮਹਾਰਾਜ ਜੀ ਹੀ ਚੱਲੇ ਅੱਗੇ, ਅੱਗੇ ਚਲੇ ਜਾਣਾ। ਉਹ ਇੱਕ ਸਾਡੇ ਪਿਆਰੇ ਡਾਕਟਰ ਸਾਹਿਬ ਨੇ, ਗੁਰਸਿੱਖ ਨੇ, ਉਹ ਉਹਨਾਂ ਨੂੰ ਬਹੁਤ ਹੁੰਦਾ ਕਿ ਖਾਲਸਾ ਜੀ ਨਹੀਂ, ਉਹ ਸਾਡਾ ਹੱਕ ਹੈ, ਤੇ ਹੱਕ ਲੈਣਾ ਤੇ ਗੁਰੂ ਗੋਬਿੰਦ ਪਾਤਸ਼ਾਹ ਨੇ ਦੱਸਿਆ ਨਾ। ਤੇ ਅਸੀਂ ਉਹਨਾਂ ਨਾਲ ਹੱਸਦੇ ਹੁੰਨੇ ਕਿ ਹੱਕ ਖੇਡ ਦੇ ਵਿੱਚ ਹੁੰਦਾ, ਜਦੋਂ ਅਸੀਂ ਖੇਡ ਹੀ ਉਹਦੀ 'ਚ ਸ਼ਾਮਲ ਆ, ਤੇ ਹੱਕ ਲੈਣਾ ਜਿਹੜਾ ਆ ਉਹ ਲਵਾਂਗੇ ਕਿਸੇ ਗਰੀਬ ਦਾ, ਕਿਸੇ ਲੋੜਵੰਦ ਦਾ, ਜਿਹਨੂੰ ਲੋੜ ਹੋਏਗੀ। ਤੇ ਸਾਡੇ ਕੋਲ ਤੇ ਉਹਦਾ ਸਾਨੂੰ ਲੱਗਦਾ ਕਿ ਹੱਕ ਨਹੀਂ ਹੈ, ਜੇ ਉਹਨੇ ਕਿਸੇ ਇੱਕ ਰੂਪ 'ਚ ਲਏ ਨੇ ਤੇ ਕਿਸੇ ਦੂਜੇ ਰੂਪ 'ਚ ਬੇਅੰਤ ਦਿੱਤੇ ਨੇ, ਦਿੱਕਤ ਕੋਈ ਨਹੀਂ ਹੈਗੀ ਸਾਨੂੰ। ਸਾਡੇ ਤੇ ਕਦੇ ਦੇ ਪਹੁੰਚ ਕੇ ਸਾਡਾ ਹੱਕ ਸਾਡੇ ਤੱਕ ਆ ਗਿਆ, ਕਦੇ ਨਾ ਆਉਂਦਾ ਤੇ ਫਿਰ ਰੌਲਾ ਸੀ ਥੋੜਾ ਜਿਹਾ।
ਜਦੋਂ ਤੁਸੀਂ ਉਹਦੇ ਨਾਲ ਖੇਡ ਖੇਡਦੇ ਆ ਤੇ ਸਭ ਕੁਝ ਬਹੁਤ ਖੂਬਸੂਰਤ ਹੋ ਜਾਂਦਾ। ਫਿਰ ਕਿਸੇ ਦੀ ਜਿਹੜੀ ਝਿੜਕ ਪੈ ਜੇ ਤੇ ਉਹ ਵੀ ਲੱਗਦਾ ਹੈ ਕਿ ਮੇਰੇ ਲਈ ਬਖਸ਼ਿਸ਼ ਹੋਏਗੀ, ਮੇਰੇ ਲਈ ਰੰਗ ਹੋਏਗਾ। ਬਸ ਜਿਹੜਾ ਇਹ ਉਹ ਜਿਹਨੂੰ ਭਾਣੇ ਦੀ ਦੁਨੀਆ ਸਤਿਗੁਰੂ ਕਹਿੰਦੇ ਨੇ ਨਾ, ਉਹ ਜੀਣੀ। ਸਾਡੇ ਸੰਸਾਰੀ ਮਾਤਾ ਪਿਤਾ ਕਦੀ ਕਦੀ ਸਾਡੇ ਤੋਂ ਨਾਰਾਜ਼ ਹੋ ਜਾਂਦੇ, ਜਦੋਂ ਕਈ ਵਾਰ ਸਾਨੂੰ ਕੁਝ ਦੇਣ ਦੀ ਕੋਸ਼ਿਸ਼ ਕਰਦੇ ਤੇ ਅਸੀਂ ਲੈਂਦੇ ਨਹੀਂ। ਕਈ ਵਾਰ ਕਹਿਣਗੇ ਜ਼ਮੀਨ ਲੈ ਲਓ, ਜਾਂ ਜ਼ਮੀਨ ਦਾ ਆਹ ਕਰ ਲਓ, ਜਾਂ ਮਾਇਆ ਲੈ ਲਓ ਥੋੜੀ ਜੀ, ਨਹੀਂ ਲਵਾਂਗੇ ਨਹੀਂ ਤੇ ਉਹ ਦੁਖੀ ਹੋ ਜਾਂਦੇ। ਜਿਵੇਂ ਅਮਰੀਕਾ ਆਏ ਸੀ ਤੇ ਸਾਨੂੰ ਘਰ ਇੱਕ ਉਹਨਾਂ ਲਿਆ ਸੀ ਜਿਹੜਾ ਪਹਿਲਾਂ ਹੀ, ਤੇ ਜਿਵੇਂ ਸਾਰੇ ਸੰਸਾਰੀ ਮਾਤਾ ਪਿਤਾ ਸੋਚਦੇ ਕਿ ਪੁੱਤਾਂ ਵਾਸਤੇ ਪੁੱਤ ਦਾ ਘਰ ਬਣਾ ਦਈਏ, ਪੁੱਤ ਦਾ ਘਰ। ਉਹ ਜਦੋਂ ਸਾਨੂੰ ਦੇਣ ਲੱਗੇ ਤੇ ਅਸੀਂ ਕਿਹਾ ਵੀ ਸਾਡੀ ਜ਼ਰੂਰਤ ਨਹੀਂ ਹੈਗੀ, ਤੁਹਾਡੇ ਇੱਕ ਘਰ 'ਚ ਅਸੀਂ ਰੁਕ ਗਏ ਤੇ ਸਾਡੇ ਬੜੇ ਘਰ ਨੇ ਜਿਹੜੇ ਵਾਂਝੇ ਰਹਿ ਜਾਣੇ, ਅਸੀਂ ਬੜਿਆਂ ਘਰਾਂ 'ਚ ਜਾਣਾ, ਸਾਡੇ ਬੇਅੰਤ ਘਰ ਨੇ। ਉਦੋਂ ਵੀ ਥੋੜੇ ਦੁਖੀ ਹੋਏ ਕਿ ਇੰਨੀ ਰੀਝ ਨਾਲ ਬਣਾਇਆ ਹੀ, ਇਹਦੇ ਵਾਸਤੇ ਰੱਖਿਆ ਹੀ, ਨਹੀਂ ਲਿਆ ਨਹੀਂ। ਹੁਣ ਇੱਕ ਦਿਨ ਕਹਿਣ ਦੇ ਸੀ ਕਿ ਜ਼ਮੀਨ ਜਿਹੜੀ ਹੈ ਨਾ, ਸਾਨੂੰ ਮੁਕਤ ਕਰੋ ਸਾਨੂੰ ਸੇਵਾ ਤੋਂ, ਤੇ ਤੁਸੀਂ ਉਹ ਸਾਰੀ ਲੈ ਲਓ, ਕੀ ਕਰਨੀ ਕਿੱਦਾਂ ਕਰਨੀ, ਠੇਕੇ ਤੇ ਦੇਣੀ ਕੀ ਨਹੀਂ ਕਰਨੀ। ਤੇ ਪਹਿਲਾਂ ਉਹਨਾਂ ਨਾਲ ਹੱਸਣ ਦੇ ਹਾਂ ਵੀ ਸਾਨੂੰ ਦੇ ਦਿੱਤਾ ਤੁਸੀਂ ਸਾਰੀ 'ਚ ਜੰਗਲ ਲਾ ਦੇਣਾ ਜੇ, ਤੁਸੀਂ ਸਾਨੂੰ ਜ਼ਮੀਨ ਦਿੱਤੀ ਤੇ ਅਸੀਂ ਉਸੇ ਵੇਲੇ ਪੰਛੀਆਂ ਦਾ ਇਹ ਜਗਤ ਜਿਹੜਾ ਹੈ ਨਾ, ਪੰਛੀ ਜਗਤ ਦਾ ਘਰ ਬਣਾ ਦੇਣਾ। ਅੱਜ ਅਸੀਂ ਸਾਰੇ ਰੌਲਾ ਪਾਈ ਜਾਂਦੇ, ਪੰਛੀ ਹੈ ਨਹੀਂ, ਪੰਛੀ ਚਲੇ ਗਏ, ਪੰਛੀ ਇੱਧਰ ਚਲੇ ਗਏ। ਪੰਛੀਆਂ ਦੇ ਪੀਣ ਨੂੰ ਪਾਣੀ ਨਹੀਂ ਬਚਿਆ, ਪੰਛੀਆਂ ਦੇ ਖਾਣ ਨੂੰ ਫਲ ਨਹੀਂ ਬਚੇ। ਦੇਖੋ ਤੋਤੇ ਲੱਭਦੇ ਨਹੀਂ ਪੰਜਾਬ 'ਚੋਂ, ਪਰ ਤੋਤੇ ਨਹੀਂ ਇਕੱਲੇ ਲੱਭਦੇ, ਫਲਾਂ ਵਾਲੇ ਰੁੱਖ ਵੀ ਨਹੀਂ ਲੱਭਦੇ। ਤੋਤੇ ਖਾਣਗੇ ਕੀ? ਪੰਛੀ ਦਾ ਜਗਤ ਤੇ ਜਿੱਥੇ ਉਹਨੂੰ ਖਾਣ ਨੂੰ ਮਿਲੇਗਾ। ਪਹਿਲਾਂ ਸਾਡੀਆਂ ਮੋਟਰਾਂ ਤੇ ਬੰਬੀਆਂ ਤੇ 10-10 15-15 ਰੁੱਖ ਫਲਾਂ ਦੇ ਹੁੰਦੇ ਸੀ, ਉਹ ਕੁਝ ਅਸੀਂ ਛਕ ਲੈਂਦੇ ਹਾਂ, ਕੁਝ ਪੰਛੀ ਛਕ ਲੈਂਦੇ ਸੀ, ਰਲ ਮਿਲ ਕੇ ਸਾਰੇ ਰਹਿ ਲੈਂਦੇ ਹਾਂ, ਪੰਛੀਆਂ ਦੇ ਗੀਤ ਸੁਣ ਲੈਂਦੇ ਹਾਂ। ਤੇ ਜੇ ਅੰਬ ਨਹੀਂ ਬਚੇ ਤੇ ਕੋਇਲਾਂ ਕਿੱਥੇ ਬਚਣਗੀਆਂ? ਫਲ ਨਹੀਂ ਬਚਣਗੇ ਤੇ ਉਹ ਪੰਛੀ ਖਾਣਗੇ ਕੀ? ਆਲਣਾ ਕਿੱਥੇ ਪਾਉਣਗੇ? ਆਲਣਾ ਹੁਣ ਵਿਚਾਰਿਆਂ ਨੇ ਲੈਂਟਰ ਤੇ ਉਹ ਪਾਉਣੋਂ ਰਹੇ, ਤੇ ਨਾ ਹੀ ਲੈਂਟਰ ਤੇ ਉਹਨਾਂ ਨੂੰ ਪਾਉਣ ਦਿੰਦੇ ਆ, ਅਸੀਂ ਤੇ ਡੰਡਾ ਲੈ ਕੇ ਪਹਿਲਾਂ ਤਿਕੜੇ ਹੁੰਦੇ। ਕਹੀਂ ਪਿਤਾ ਜੀ ਨਾਲ ਹੱਸ ਰਹੇ ਹਾਂ ਕਿ ਜੇ ਪੰਛੀ ਗਏ ਤੇ ਕੁਦਰਤ ਦੇ ਬੜੇ ਰੰਗ ਚਲੇ ਜਾਣੇ, ਕੁਦਰਤ ਦੀਆਂ ਕਈ ਬਹਾਰਾਂ ਮੁੱਕ ਜਾਣੀਆਂ। ਸਾਨੂੰ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਇਹ ਜਿਹੜਾ ਭਵਰਿਆਂ ਦਾ, ਨਿੱਕੇ ਨਿੱਕੇ ਉੱਡਣ ਵਾਲੇ ਜੀਆਂ ਦਾ ਜਗਤ ਹੈ ਨਾ, ਇਹ ਹੈ ਤੇ ਫੁੱਲ ਨਹੀਂ ਤੇ ਫੁੱਲ ਨਹੀਂ ਹੋਣੇ। ਇਹ ਹੈ ਨੇ ਤੇ ਫਲ ਨੇ, ਨਹੀਂ ਤੇ ਫੁੱਲਾਂ ਨੂੰ ਫਲ ਨਹੀਂ ਪੈਣਾ। ਪਰ ਉਹ ਅਸੀਂ ਕਦੀ ਉਸ ਸਾਹਿਬ ਦੀ ਏਡੀ ਮਹਾਰੰਗ ਨੂੰ ਚੰਗੀ ਤਰ੍ਹਾਂ ਮਾਣਿਆ ਨਹੀਂ, ਵੇਖਿਆ ਨਹੀਂ, ਉਹਨਾਂ ਨਾਲ ਬਾਤਾਂ ਨਹੀਂ ਕੀਤੀਆਂ, ਗਾਵਿਆ ਨਹੀਂ ਹੈ। ਸਾਨੂੰ ਤੇ ਬਸ ਉਹ ਕਰੰਸੀ ਛਾਪ ਕੇ ਦੇਤੀ ਗਵਰਨਮੈਂਟ ਨੇ, ਤੇ ਅਸੀਂ ਸਾਰੇ ਜਾਣੇ ਉਹਦੇ ਮਗਰ ਹੀ ਦੌੜ ਪਏ ਵੀ ਕਰੰਸੀ ਇਕੱਠੀ ਕਰ ਲਓ ਛੇਤੀ ਨਾਲ। ਪਰ ਕੌਣ ਸਮਝਾਵੇ ਕਿ ਪੈਸੇ ਨਾਲ ਕੱਲ ਨੂੰ ਪੰਛੀ ਨਹੀਂ ਆਉਣੇ, ਤੇ ਹੌਲੀ ਹੌਲੀ ਫਲ ਵੀ ਜਿਹੜੇ ਨੇ ਉਹ ਆਰਟੀਫੀਸ਼ੀਅਲ ਹੁੰਦੇ ਜਾਣੇ। ਤੇ ਅਸੀਂ ਪਿਤਾ ਜੀ ਨਾਲ ਹੱਸ ਰਹੇ ਹਾਂ ਕਿ ਸਾਨੂੰ ਦੇਤੀ ਤੇ ਅਸੀਂ ਸਾਰੀ 'ਚ ਨਾ ਜੰਗਲ ਲਾ ਦੇਣਾ, ਤੇ ਸਾਨੂੰ ਕਹਿੰਦੇ ਜੋ ਮਰਜ਼ੀ ਕਰ ਲਿਓ ਪਰ ਲੈ ਲਓ। ਤੇ ਅਸੀਂ ਫਿਰ ਕਿਹਾ ਵੀ ਨਹੀਂ, ਅਸੀਂ ਅਜੇ ਲਵਾਂਗੇ ਵਿੱਚੋਂ ਕੁਝ, ਜਦੋਂ ਜਾਵਾਂਗੇ ਨਾ ਐਰਕਾਂ ਇੰਡੀਆ, ਤੇ ਐਰਕਾਂ ਹੀ ਕੁਝ ਇੱਕ ਅੱਧਾ ਏਕੜ ਜਿਹੜਾ ਇਹ 1-2 ਏਕੜ ਲੈ ਕੇ ਉਹਦੇ 'ਚ ਲਾਵਾਂਗੇ ਕੁਝ ਨਾ ਕੁਝ। ਤੇ ਹੱਸ ਰਹੇ ਕਹਿੰਦੇ ਮੈਨੂੰ ਵੀ ਸੱਦ ਲਿਓ, ਮੈਂ ਵੀ ਨਾ ਉੱਥੇ ਨਾਲ ਲਵਾ ਦੂੰਗਾ। ਅਸੀਂ ਕਿਹਾ ਠੀਕ ਹੈ। ਤੇ ਫਿਰ ਕਹਿੰਦੇ ਠੇਕਾ ਜਿਹੜਾ ਬਾਕੀ ਦਾ, ਅਸੀਂ ਕਿਹਾ ਨਹੀਂ ਉਹ ਅਸੀਂ ਨਹੀਂ ਲੈਣਾ, ਉਹ ਤੁਸੀਂ ਲਿਓ ਜਿੰਨੇ ਚਿਰ ਹੈਗੇ ਆ, ਸਾਨੂੰ ਤਾਂ ਕੋਈ ਸੇਵਾ ਦਾ ਮੌਕਾ ਦੇ ਦਿਆ ਕਰ। ਤੇ ਫਿਰ ਉਹ ਥੋੜੇ ਜਿਹੇ ਦੁਖੀ ਹੋ ਗਏ ਕਿ ਤੁਸੀਂ ਲੈਂਦੇ ਨਹੀਂ। ਅਸੀਂ ਹੱਸ ਰਹੇ ਸੀ ਕਿ ਜਿਸ ਦਿਨ ਕਿਤੇ ਹੁਣ ਗਏ ਨਾ, ਸਿੰਘਾਂ ਨਾਲ ਲੱਗੇ ਸੀ ਵੀ ਉਹ ਨਾ ਸਾਡੀ ਸੁਭਾਅ ਨੂੰ, ਸਾਡੀ ਗੱਲ ਨੂੰ ਸਮਝਦੇ ਨਹੀਂ ਕਈਆਂ ਚੀਜ਼ਾਂ ਤਾਂ ਉਹਨਾਂ ਨੂੰ ਲੱਗਦਾ ਸ਼ਾਇਦ ਪਤਾ ਨਹੀਂ ਅਸੀਂ ਕਿਉਂ ਨਹੀਂ ਲੈਂਦੇ, ਨਾ ਉਹਨਾਂ ਨੂੰ ਸਮਝ ਹੀ ਆਉਂਦੀ ਕਿਉਂ ਨਹੀਂ ਲੈਂਦੇ, ਪਰ ਉਹ ਦੁਖੀ ਹੋ ਜਾਂਦੇ। ਤੇ ਸਿੰਘਾਂ ਨਾਲ ਹੱਸ ਰਹੇ ਜਦੋਂ ਕਿਤੇ ਐਰਕਾਂ ਗਏ ਨਾ, ਸਾਨੂੰ ਯਾਦ ਕਰਾਇਓ, ਉਹਨਾਂ ਨੂੰ ਬਿਠਾ ਕੇ ਸਮਝਾਉਣਾ ਹੈ ਕਿ ਤੁਸੀਂ ਬੇਅੰਤ ਸੇਵਾ ਕਰ ਲਈ।
ਹੁਣ ਤੇ ਜੇ ਕੁਝ ਦੇਣਾ ਹੈ ਤੇ ਸਾਨੂੰ ਸੇਵਾ ਦਾ ਮੌਕਾ ਦਿਆ ਕਰੋ, ਉਹ ਅਸੀਂ ਕਰ ਲਈਏ। ਹੁਣ ਲੈਣ ਦੀ ਵਾਰੀ ਥੋੜੀ ਹੈ, ਹੁਣ ਤੇ ਦੇਣ ਦੀ ਵਾਰੀ ਹੈ। ਤੇ ਬਸ ਇਹ ਹੈ ਕਿ ਸਾਹਿਬ ਦੀ ਜਿਹੜੀ ਸਿੱਖਿਆ ਹੈ ਉਹਨੂੰ ਰੀਝ ਨਾਲ ਧਾਰਨ ਕਰਨਾ, ਤੇ ਬੇਅੰਤ ਕੁਝ ਜਿਹੜਾ ਆਪ ਜੀ ਨੂੰ ਮਿਲਦਾ ਹੈ ਸਾਨੂੰ, ਜਿੱਥੇ ਅਸੀਂ ਲੱਗਦਾ ਹੈ ਨਾ ਸਾਨੂੰ ਅਸੀਂ ਕੁਝ ਦੇ ਰਹੇ ਹਾਂ, ਸਹੀ ਅਰਥ ਚ ਉੱਥੇ ਵੀ ਅਸੀਂ ਬੜਾ ਕੁਝ ਲੈ ਰਹੇ ਹੁੰਦੇ। ਸਾਹਿਬ ਦੀ ਖੇਡ ਇੱਕ ਸਾਨੂੰ ਬੜੀ ਸੋਹਣੀ ਲੱਗਦੀ ਹੁੰਦੀ ਕਿ ਤੁਸੀਂ ਕਦੀ ਵੀ ਦੇਣ ਵਾਲਾ ਬਣੋ, ਤੁਸੀਂ ਲੈਣ ਵਾਲੇ ਜ਼ਿਆਦਾ ਹੁੰਦੇ। ਜਿੱਦਾਂ ਹੁਣ ਸਕੂਲ ਚੱਲਦਾ ਹੈ ਤੇ ਕਈ ਵਾਰ ਸਿੰਘਾਂ ਨੂੰ ਕਹੀਦਾ ਕਿ ਜਿਹੜੀ ਫੀਸ ਜਾਂ ਬੱਚੇ ਇਕੱਠੀ ਹੁੰਦੀ ਹੈ ਨਾ, ਉਹਦਾ ਇੱਕ ਪੈਸੇ ਦਾ ਹਿਸਾਬ ਰੱਖੋ। ਜਦੋਂ ਕਿਤੇ ਬੱਚਿਆਂ ਨੂੰ ਇੰਡੀਆ ਖੜਿਆ ਨਾ, ਉੱਥੇ ਜਿਹੜੇ ਉਹ ਸਾਹਿਬ ਦੇ ਰੰਗ ਨੇ ਨਾ, ਜਿਹੜੇ ਜਿੱਥੇ ਉਹ ਗਰੀਬ ਬਣ ਕੇ ਬੈਠਾ ਹੈ ਝੌਂਪੜੀਆਂ ਪਾ ਕੇ, ਜਿੱਥੇ ਸਹੂਲਤਾਂ ਨਹੀਂ ਮਿਲਦੀਆਂ ਉਹਨੂੰ, ਸਾਰੀ ਦੁਨੀਆ ਨੂੰ ਦੇਣ ਵਾਲਾ ਕਿੱਡਾ ਸ਼ੈਤਾਨ ਹੈ ਨਾ, ਆਪ ਖੇਡ ਰਚ ਕੇ ਬਹਿ ਗਿਆ ਕਿ ਇੱਥੇ ਮੈਨੂੰ ਸਹੂਲਤਾਂ ਨਹੀਂ ਮਿਲਦੀਆਂ। ਉੱਥੇ ਵੀ ਵੇਖ ਲਓ ਜਿਹੜੇ ਸਾਡੇ ਵਾਂਗੂ ਪਸਾਰੇ ਨੇ, ਆਪ ਜੀ ਵਾਂਗੂ ਸਾਰੇ, ਇਹਨਾਂ ਚ ਉਹਨੇ ਬਸ ਇੱਕ ਰੰਗ ਹੀ ਦਿੱਤਾ ਹੈ ਕਿ ਚੱਲ ਹਾਂ ਸੇਵਾ ਕਮਾ ਤੇ ਮੇਰੇ ਤੱਕ ਪਹੁੰਚ ਪੜਾ। ਅਸੀਂ ਇਹਨਾਂ ਨਾਲ ਹੱਸ ਰਹੇ ਸੀ ਕਿ ਜਦੋਂ ਜਾਵਾਂਗੇ ਤੇ ਉੱਥੇ ਉਹ ਜਿਹੜੇ ਚੌਪੜ ਪੱਟੀ ਵਾਲਿਆਂ ਚ ਰੰਗਾਂ ਚ ਬਣ ਕੇ ਬੈਠਾ ਹੈ ਨਾ, ਉੱਥੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਸਾਡੇ ਬੱਚਿਆਂ ਵਾਸਤੇ ਆਪ ਜੀ ਦੀ ਸਾਨੂੰ ਲੋੜ ਹੈ। ਤੇ ਅਸੀਂ ਥੋੜੀਆਂ ਜੀਆਂ ਜੈਕਟਾਂ, ਸ਼ੂਜ਼, ਕੁਝ ਇਦਾਂ ਦੀਆਂ ਚੀਜ਼ਾਂ ਕਿ ਸਾਡੇ ਬੱਚਿਆਂ 'ਚ ਸਿਦਕ ਆ ਜੇ, ਸੰਤੋਖ ਆ ਜੇ, ਸਬਰ ਆ ਜੇ, ਸੰਯਮ ਆ ਜੇ, ਸਮਝ ਆ ਜੇ। ਇਹ ਗੁਣਾਂ ਦੀ ਵਾਸਤੇ ਜਿਹੜਾ ਇਹ ਆਪ ਜੀਆਂ ਦੀ ਬਹੁਤ ਲੋੜ ਹੈ, ਤੇ ਤੁਸੀਂ ਰਹਿਮਤ ਕਰੇ ਤੇ ਸਾਨੂੰ ਮੌਕਾ ਦਿਓ। ਉੱਥੇ ਵੀ ਜੇ ਕਿਤੇ ਅਸੀਂ ਇਹ ਸੋਚ ਲਈਏ ਨਾ ਕਿ ਅਸੀਂ ਦੇ ਰਹੇ ਹਾਂ ਤੇ ਫਿਰ ਹੰਕਾਰ ਹੋ ਜਾਂਦਾ। ਪਰ ਸੱਚ ਇਹ ਕਿ ਕੁਦਰਤ 'ਚ ਇਦਾਂ ਦਾ ਨਹੀਂ ਹੁੰਦਾ। ਕੁਦਰਤ 'ਚ ਜਦੋਂ ਤੁਸੀਂ ਦਿੰਦੇ ਆ, ਸਹੀ ਅਰਥ 'ਚ ਤੁਹਾਨੂੰ ਮਿਲ ਰਿਹਾ ਹੁੰਦਾ ਕੁਝ। ਤੁਸੀਂ ਆਲਵੇਜ਼ ਲੈਣ ਵਾਲੇ ਹੁੰਨੇ, ਪਰਮਾਤਮਾ ਦੇਣ ਵਾਲਾ ਹੈ, ਤੁਸੀਂ ਲੈਣ ਵਾਲੇ ਹੈ। ਬਸ ਤਗੜੇ ਹੋ ਕੇ ਜਿਹੜਾ ਹੈ ਉਹਨੂੰ ਆਪਣੇ ਲੈਣੇ ਨੂੰ ਜਿਹੜਾ ਹੈ ਉਹ ਦੇਣੇ 'ਚ ਬਦਲ ਦੋ, ਤੇ ਦੇਣੇ ਦੀ ਸਮਝ ਨੂੰ ਜਿਹੜਾ ਹੈ ਲੈਣੇ 'ਚ ਬਦਲ ਦੋ, ਤੇ ਬਸ ਚੜ੍ਹਦੀ ਕਲਾ। ਤੇ ਜਿੱਥੇ ਉਹ ਪਿਆਰਾ ਜਿਹੜਾ ਹੈ ਉਹ ਹਰ ਸਮੇਂ ਕੁਦਰਤ 'ਚ ਰੰਗਾਂ 'ਚ ਦਿਖਾਈ ਦੇਵੇ, ਉੱਥੇ ਉਹਨੂੰ ਮੰਨਣਾ ਹੈ ਤੇ ਵਾਹਿਗੁਰੂ ਕਹਿ ਲੈਣਾ। ਤੇ ਜਿੱਥੇ ਉਹ ਕੁਦਰਤ 'ਚ ਨਹੀਂ ਦਿਖਾਈ ਦਿੰਦਾ, ਉੱਥੇ ਇੱਕ ਦੋ ਕਦਮ ਦਾ ਠਾਹ ਨੂੰ ਸਿਰ ਸੁੱਟ ਕੇ ਤੇ ਬਸ ਕੁਝ ਗਾਉਂਦੇ ਰਹਿਣਾ ਆਪਣੇ ਅੰਦਰ, ਆਪਣੇ ਅੰਦਰਲੇ ਆਪੇ ਨੂੰ ਜਿਹੜਾ ਹੈ ਉਹ ਸੰਭਾਲ ਕੇ ਰੱਖਣਾ। ਅੰਦਰ ਤੇ ਹੈ ਰੱਬ ਜੀ ਕਿੰਨੇ ਅਭਿਆਸ ਦੱਸੇ, ਇੱਕ ਕਦਮ ਦਾ ਅਭਿਆਸ ਦੱਸਿਆ। ਹਾਂਜੀ, ਫੁੱਲਾਂ 'ਚ ਮੈਂ ਹਰ ਰੰਗ 'ਚ ਉਹਨੂੰ ਕਮਾਉਣ ਦਾ ਅਭਿਆਸ ਦੱਸਿਆ। ਸਭ ਗੋਬਿੰਦ ਹਾਂਜੀ ਤੇ ਹਰ ਚੀਜ਼ ਨੂੰ ਜਿਹੜਾ ਹੈ ਉਹ ਬਖਸ਼ਿਸ਼। ਫੁੱਲਾਂ ਨੂੰ ਤੇ ਬਖਸ਼ਿਸ਼ ਜਾਣਿਆ, ਕੰਡਿਆਂ ਨੂੰ ਵੀ ਬਖਸ਼ਿਸ਼ ਜਾਣਨਾ, ਨਫ਼ਰਤ ਨੂੰ ਵੀ ਬਖਸ਼ਿਸ਼ ਜਾਣਨਾ। ਇਹ ਹੁਣ 4-5 ਅਭਿਆਸ ਨੇ, ਜਿਹਦਾ ਮੌਕਾ ਮਿਲੀ ਜਾਂਦਾ ਉਹ ਕਰੀ ਜਾਂਦਾ। ਗੁਰੂ ਜੀ